ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨਾ ਹੋਏ। ਸ਼ਬਦ ਲੱਗੇ ਤਿਨ ਬੁੱਝਿਆ, ਦੂਜੈ ਪਰਜ ਵਿਗੋਈ। ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨ ਹੋਈ। ਸ਼ਬਦ ਲੱਗੇ ਤਿਨ ਬੁੱਝਿਆ, ਦੂਜੈ ਪਰਜ ਵਿਗੋਈ। ਮਨ ਮੇਰੇ ਗੁਰਮਤਿ ਕਰਨੀ ਸਾਰ, ਸਦਾ ਸਦਾ ਹਰਿ ਪ੍ਰਭ ਰਵਹਿ। ਤਾਂ ਪਾਵਹਿ ਮੋਖ ਦੁਆਰ ਰਹਾਉ। ਗੁਣਾਂ ਕਾ ਨਿਧਾਨ ਏਕ ਹੈ, ਆਪੇ ਦੇ ਤਾ ਕੋ ਪਾਏ। ਬਿਨ ਨਾਮੈ ਸਭ ਵਿਛੜੀ, ਗੁਰ ਕੈ ਸ਼ਬਦ ਮਿਲਾਏ। ਮੇਰੀ ਮੇਰੀ ਕਰਦੇ ਘਟ ਗਏ, ਤਿਨਾ ਹੱਥ ਕਿਹੋ ਨਾ ਆਇਆ। ਸਤਿਗੁਰ ਮਿਲਿਆ ਸੱਚ ਮਿਲੇ, ਸੱਚ ਨਾਮ ਸਮਾਇਆ। ਆਸਾ ਮਨਸਾ ਇਹੋ ਸਰੀਰ ਹੈ, ਅੰਤਰ ਜੋਤ ਜਗਾਏ। ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ। ਆਸਾ ਮਨਸਾ ਇਹੋ ਸਰੀਰ ਹੈ, ਅੰਤਰ ਜੋਤ ਜਗਾਏ। ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਬੜੇ हैं ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਵਡਭਾਗੇ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਪਰਮੇਸ਼ਰ ਵਾਹਿਗੁਰੂ ਕਰਤੇ ਪੁਰਖ ਦੇ ਨਾਲ ਸਾਡੀ ਸੁਰਤੀ ਜੁੜ ਜਾਵੇ, ਸਾਡਾ ਧਿਆਨ ਆਪਣੇ ਮੂਲ ਪਰਮ ਪਿਤਾ ਪਰਮਾਤਮਾ ਨਾਲ ਲੱਗ ਜਾਵੇ। ਜਿੱਥੋਂ ਅਸੀਂ ਆਏ ਹਾਂ ਉੱਥੇ ਪਹੁੰਚ ਜਾਈਏ। ਇਹਦੇ ਵਾਸਤੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਥਾ ਕੀਰਤਨ ਦੀ ਦਾਤ ਬਖਸ਼ੀ ਹੈ। ਪਰਮਾਤਮਾ ਦੇ ਗੁਣ ਕੀਰਤਨ ਦੁਆਰਾ ਗਾਏ ਜਾਂਦੇ ਹਨ ਅਤੇ ਆਤਮਾ ਦੀ ਵਿਚਾਰ, ਬ੍ਰਹਮ ਦੀ ਵਿਚਾਰ ਗੁਰੂ ਕੀ ਬਾਣੀ ਦੀ ਕਥਾ ਦੁਆਰਾ ਕੀਤੀ ਜਾਂਦੀ ਹੈ। ਆਪ ਜੀ ਅਤਿਅੰਤ ਵਡਭਾਗੇ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਿਵਾਜਿਆ ਹੈ। ਆਓ ਪ੍ਰੇਮ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਗੁਰਵਾਕ ਸਰਵਣ ਕਰੀਏ।
ਮਨ ਬਿਰਤੀਆਂ ਤੀਸਰੇ ਪਾਤਸ਼ਾਹ ਦੇ ਚਰਨਾਂ ਵਿੱਚ ਜੋੜ ਕੇ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਡਹੰਸ ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨਾ ਹੋਈ। ਜੋ ਮਾਇਆ ਦਾ ਮੋਹ ਹੈ, ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਬੜਾ ਵੱਡਾ ਅੰਧੇਰ ਗੁਬਾਰ ਹੈ। ਕੋਈ ਅੰਨੇ ਖੂਹ 'ਚ ਗਿਰਿਆ ਹੋਵੇ ਤੇ ਕੁਛ ਦਿਸਦਾ ਨਾ ਹੋਵੇ। ਅੰਧ ਗੁਬਾਰ, ਧੁੰਦ ਪਈ ਹੋਵੇ, ਕੁਝ ਦਿਸਦਾ ਨਾ ਹੋਵੇ। ਕਿਸੇ ਅੱਗ ਲੱਗਣ ਕਰਕੇ ਧੂੰਆਂ ਧਾਰ ਹੋ ਗਿਆ ਹੋਵੇ, ਦਿਸਦਾ ਨਾ ਹੋਵੇ। ਇਹੋ ਜਿਹੀ ਪਰਿਸਥਿਤੀ ਨੂੰ ਗੁਬਾਰ ਕਹਿੰਦੇ ਹਨ। ਕਈ ਵਾਰੀ ਸਰੀਰ ਸਵਸਥ ਨਾ ਹੋਵੇ, ਚੱਕਰ ਆ ਜਾਂਦੇ ਹਨ, ਦਿਮਾਗ ਨੂੰ ਗੁਬਾਰ ਚੜ੍ਹ ਜਾਂਦਾ ਹੈ। ਬੰਦੇ ਨੂੰ ਸੁਝਦਾ ਕੁਛ ਨਹੀਂ, ਉੱਤਰ ਕਿੱਧਰ ਹੈ, ਦੱਖਣ ਕਿੱਧਰ ਹੈ, ਪੂਰਬ ਕਿੱਧਰ ਹੈ, ਪੱਛਮ ਕਿੱਧਰ ਹੈ, ਦਿਸ਼ਾ ਭਰਮ ਵੀ ਹੋ ਜਾਂਦਾ ਹੈ। ਗੁਬਾਰ ਦੇ ਜਿਹੜੇ ਮੁੱਖ ਲੱਛਣ ਹਨ ਇਹੀ ਹਨ। ਹਨੇਰੇ ਕਰਕੇ ਅੰਧ ਗੁਬਾਰ ਹੋ ਜਾਣਾ, ਮੱਸਿਆ ਦੀ ਰਾਤ ਨੂੰ ਚੰਦਰਮਾ ਨਹੀਂ ਚੜ੍ਹਦਾ, ਦੀਵਾ ਨਾ ਹੋਵੇ, ਕੋਈ ਬਿਜਲੀ ਦਾ ਸਾਧਨ ਨਾ ਹੋਵੇ, ਉਹਨੂੰ ਅੰਧੇਰ ਗੁਬਾਰ ਕਹਾਂਗੇ। ਜਾਂ ਫਿਰ ਬਹੁਤ ਜ਼ਿਆਦਾ ਸਨੋਹ ਪੈ ਜਾਵੇ, ਧੂੰਆਂ ਧਾਰ ਧੁੰਦ ਪੈ ਜਾਵੇ, ਜਾਂ ਫਿਰ ਇਸ ਤਰ੍ਹਾਂ ਦਾ ਮਾਹੌਲ ਹੋਵੇ ਵੀ ਕਿਤੇ ਵਿਚਰਨਾ, ਤੁਰਨਾ, ਫਿਰਨਾ, ਦੇਖਣਾ, ਕਿਰਿਆ ਕਰਨੀ ਔਖੀ ਹੋਵੇ। ਸਰੀਰਕ ਤੌਰ 'ਤੇ ਬੰਦਾ ਸਵਸਥ ਨਾ ਹੋਵੇ ਤਾਂ ਵੀ ਉਸਨੂੰ ਗੁਬਾਰ ਚੜ੍ਹ ਜਾਂਦਾ ਹੈ। ਪੇਟ ਦੇ ਵਿੱਚ ਖਰਾਬੀ ਹੋਵੇ, ਦਿਮਾਗ ਵਿੱਚ ਖਰਾਬੀ ਹੋਵੇ, ਕੋਈ ਹੋਰ ਸੱਟ ਫੇਟ ਲੱਗ ਜਾਵੇ, ਮੂਰਛਾ ਹੋ ਜਾਵੇ, ਕੌਮਾ ਹੋ ਜਾਵੇ, ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ। ਪਰ ਉਹਨਾਂ ਦੁਨਿਆਵੀ ਮਸਲਿਆਂ ਦਾ ਕੋਈ ਨਾ ਕੋਈ ਹੱਲ ਸਮੇਂ ਨਾਲ ਹੋ ਜਾਂਦਾ। ਹਨੇਰਾ ਵੀ ਮੱਸਿਆ ਦੀ ਰਾਤ ਨੂੰ ਹੁੰਦਾ ਹੈ, ਹਰ ਰਾਤ ਨੂੰ ਨਹੀਂ ਹੁੰਦਾ। ਪੂਰਨਮਾਸ਼ੀ ਦੀ ਰਾਤ ਨੂੰ ਪੂਰਨ ਪ੍ਰਕਾਸ਼ ਵੀ ਹੁੰਦਾ। ਇਸੇ ਤਰ੍ਹਾਂ ਹਮੇਸ਼ਾ ਧੁੰਦ ਨਹੀਂ ਪੈਂਦੀ, ਹਮੇਸ਼ਾ ਧੂੰਆਂ ਧਾਰ ਨਹੀਂ ਹੁੰਦਾ, ਕਦੀ ਨਾ ਕਦੀ ਉਹਦਾ ਨਿਵਾਰਨ ਹੋ ਜਾਂਦਾ। ਪਰ ਜਿਹੜਾ ਮਾਇਆ ਦਾ ਮੋਹ ਹੈ, ਇਹ ਐਸਾ ਗੁਬਾਰ ਹੈ, ਐਸਾ ਗੂੜਾ ਹਨੇਰਾ ਹੈ, ਐਸਾ ਅੰਧਕਾਰ ਹੈ, ਜਿਹਦੇ ਵਿੱਚੋਂ ਨਾ ਸਾਨੂੰ ਕੋਈ ਸੂਰਜ ਕੱਢ ਸਕਦਾ ਹੈ, ਨਾ ਚੰਦਰਮਾ ਕੱਢ ਸਕਦਾ ਹੈ, ਨਾ ਹੋਰ ਕੋਈ ਇਸ ਹਨੇਰੇ 'ਚੋਂ ਕੱਢ ਸਕਦਾ। ਮਾਇਆ ਨਾਮ ਦਿਸਦੇ ਪਦਾਰਥਾਂ ਦਾ ਹੈ। ਜੋ ਕੁਝ ਵੀ ਦ੍ਰਿਸ਼ਟੀ ਗੋਚਰ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਜੀ ਆਪਣੀ ਬਾਣੀ 'ਚ ਮਾਇਆ ਦੇ ਲੱਛਣ, ਮਾਇਆ ਦੀ ਡੈਫੀਨੇਸ਼ਨ ਲਿਖੀ ਹੈ। ਸਾਹਿਬ ਜੀ ਲਿਖਦੇ ਨੇ, ਜੋ ਕਛ ਦ੍ਰਿਸ਼ਟ ਅਗੋਚਰ ਆਵਤ, ਤਾਂ ਕਹੋ ਮਨ ਮਾਇਆ ਠਹਿਰਾਵਤ। ਜੋ ਕੁਝ ਅੱਖਾਂ ਨਾਲ ਦਿਸਦਾ ਹੈ ਉਹੀ ਮਾਇਆ ਹੈ। ਅੱਖਾਂ ਨਾਲ ਨਹੀਂ, ਪੰਜੇ ਹੀ ਗਿਆਨ ਇੰਦਰੀਆਂ ਨਾਲ। ਦ੍ਰਿਸ਼ਟੀ ਦਾ ਮਤਲਬ ਇਕੱਲਾ ਅੱਖਾਂ ਨਹੀਂ ਹੁੰਦੀਆਂ। ਜਿਵੇਂ ਆਪਾਂ ਕਈ ਵਾਰੀ ਕਿਸੇ ਬੰਦੇ ਨੂੰ ਕਹਿੰਦੇ ਆ ਕੰਮ ਕਰ ਲੈ, ਉਹ ਕਹਿੰਦਾ ਦੇਖ ਲਓ ਵੀ ਠੀਕ ਹੈ ਕਿ ਗਲਤ ਹੈ। ਹੁਣ ਉਹ ਸਾਰਾ ਕੁਝ ਅੱਖਾਂ ਨਾਲ ਨਹੀਂ ਦੇਖਿਆ ਜਾਂਦਾ, ਦਿਮਾਗ ਨਾਲ, ਸੁਰਤੀ ਨਾਲ ਵੀ ਦੇਖਿਆ ਜਾਂਦਾ। ਇਸ ਕਰਕੇ ਪੰਜੇ ਗਿਆਨ ਇੰਦਰੀਆਂ ਤਾਂ ਸਾਧਨ ਹਨ ਬਾਹਰਲੇ ਪਦਾਰਥਾਂ ਨੂੰ
महसूस करना, देखना, सुनना, चखना, सूंघना, स्पर्श करना। छेवीं इंद्री मन नूं कहा है। जिथे ये 5 ਗਿਆਨ ਇੰਦਰੀਆਂ नहीं पहुँच सकदियां उत्थे मन पहुँचता है। पर जेकर मन नूं भी गुरु ना मिले तां ये हनेर गुबार मन नूं भी घेर के रखता है। ज़्यादातर तो माया का मोह मन नूं ही वापरदा है। मन ही माया विच गलतान है। जो असी देख रहे हैं, जो असी सुन रहे हैं, जो असी सूंघ रहे हैं, जो कुछ साडे अनुभव दे विच, साडी फीलिंग दे विच आ रहा है, नेड़े तो नेड़े साडा शरीर है, उस तो लागे साडे रिश्तेदार हैं, उस तो परे होर संसार है, ते वस्तुआं हन, पदार्थ हन, वरतों दीयां चीज़ां, खाण पीण दीयां चीज़ां, शहर पिंड मुल्क देश, सड़कां बाजार, गड्डियां कारां, जो कुछ भी है, तां को मन माया ठहरावत। साहिब कलगीधर कहंदे उहनूं माया कहंदे। ਉਹਦੇ प्रति आकर्षण, ਉਹਦੇ नाल अटैचमेंट छड्डी नहीं जाती। सिर्फ तो सिर्फ गूढ़ी नींद विच जदों तम गुण ज़्यादा छा जाता है, बुद्धि मन समेत अंतःकरण दीयां सारियां बिरतियां अपने आप विच विलीन हो जांदियां हन। कुछ समय दे लई संसार तो असीं टुट जांदे हां। उस वेले जगत नहीं भासदा, संसार की प्रतीति नहीं हुंदी, गूढ़ी नींद च नहीं हुंदी। गूढ़ी नींद च सुख की भी प्रतीति नहीं हुंदी। किसी तरह का भी सुख जिहड़ा सानू हुण जागृत अवस्था विच लुभाएमान कर रहा है, क्योंकि जागृत अवस्था विच जगत दिसदा है, इस करके इसनूं जगत कहंदे हन। जग शब्द जागृत तो बनिया है। जागण की अवस्था विच जो प्रतीत होवे वो जगत है। गूढ़ी नींद विच जगत प्रतीत नहीं हुंदा, सुख तो अनुभव नहीं हुंदा, दुख भी अनुभव नहीं हुंदा। सुख दुख दोवें ही जिहड़े हन वो गूढ़ी नींद विच नहीं हुंदे। इस करके कुछ समय लई सानू परमात्मा सुख दिंदा है। सुखपति तां ही कहंदे उसनूं गूढ़ी नींद नूं कि कुछ समय लई बंदा टेंशन फ्री हो जाता। सोना भी एक सुख है। पर जे किसी बंदे नूं कहीए भी तैनूं सदा सुते रहण दी दवाई दे दईए, सुता ही रह, कोई राजी नहीं हुंदा, कोई राजी नहीं हुंदा। वो कहता भी 2 घंटे 4 घंटे 6 घंटे नींद आ जाए बहुत, पर फिर असी उठना जरूर है। ये नहीं भी सदा ही सुते रहिए। सदा सुते रहना सुखदाई है, पर जिहड़ा जागृत अवस्था का माया का मोह है वो सौण नहीं देता, वो सौण नहीं देता। वो कहता कुछ वेखना देखांगे, उठ के सवेरे आ करांगे, वो करांगे, फलाने शहर जाना, फलाने बंदे नूं मिलना। सो ये माया का मोह इस तरह का है, छड्डिया नहीं जाता। लम्मी नींद भी आउणी है। लम्मी नींद भाव मौत वो भी बनी रहे, इदां दा बंदोबस्त किया ही नहीं। क्योंकि प्रीति जगत अवस्था दे जगत नाल पई हुई है। इस करके दोबारा फिर जाग पैंदा है। एक बारी एक शरीर छड्डदा, दूजे पासे वासना का बद्दा किसी होर माँ के पेट में जा प्रवेश करता है। जुग जुग मेर शरीर का वासना बद्दा आवे जावे। भाई गुरदास जी कहते इस तरह ये माया के मोह च फसिया रहिंदा। इस हनेरे विचों ज्ञान की किरण दिसदी नहीं,
गुर बिन ज्ञान न होई, गुरु तो बिना ज्ञान होंदा नहीं। अज ताईं किसी नूं भी बिना गुरु दे प्रकाश नहीं मिलिया। हनेरे विच ही दुनिया रहिंदी। गुर बिन घोर अंधार, गुरु बिन समझ ना आवे। गुर बिन सुरत ना सिद्ध, गुरु बिन मुक्त ना पावे। शब्द लगे तिन बुझिया, दूजा परज भगोई। जिन्हां ने शब्द नाल अपनी सुरत जोड़ी है, जिहड़े गुरु दे शब्द नाल लगे हन, जिन्हां ने गुरु दे वाक सुने हन, जिन्हां ने गुरु की बाणी सुनी है, गुरु के शब्द का अभ्यास जाप कीता है, उन्होंने उस परम तत्त परमात्मा नूं बुझिया है। उस परम तत्त नूं बुझना अरबां खरबां विचों किसी एक दे हिस्से आउंदा। गीता च भगवान कृष्ण जी महाराज लिखते ने कि लखां लोग तुरदे ने ते विचों ही मुड़ आउंदे ने, ते तुरदे रहना भी कुछ विरले बंदियां दे हिस्से आउंदा है। उन्हां तुरन वालियां विचों भी पहुँचता कोई कोई है। खैर उन्होंने तो बड़ी लंबी चौड़ी व्याख्या इस विषय ते कीती है, पर आपां ये गल समझ लीए भी कोटन मैं नानक को नारायण जे चीत, करोड़ां विचों कोई एक अद्ध है। शब्द लगे तिन बुझिया, जिन्हां ने शब्द नाल सुरती जोड़ी, उन्हां विरले बंदियां ने इस गल नूं बुझ लिया। दूजा परज भगोई, बाकी परजा सारी जिहड़ी है दुनिया पब्लिक, वो दूजे भाव विच विगोई, भाव दुखी हो रही है। दूजे मोह विच, दूजे पासे ही अपने पासे अपनी आत्मा वाल ध्यान नहीं करते, अपनी आत्मा नूं नहीं देखते, दूजियां ते फोकस करते हैं। दूजियां ते भावें वो परिवार ते होवे, भावें किसी समाज ते होवे, भावें इस्त्री ते होवे, भावें पैसे टके ते होवे, भावें शरीर दे भोगां उत्ते होवे, मन की बिरती हमेशा दूजे ते ही केंद्रित रहिंदी है। शब्द जिहड़ा है वो सानू अपने नेड़े लैके आउंदा है। उदा ठीक है भी राम राम करता सब जग फिरै, वाहिगुरू 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 करी जाने सारे आपां, पर जिथे जिहड़े केंद्र बिंदु ते ध्यान केंद्रित होना चाहिए उत्थे नहीं हुंदा। जिहड़े निशाने ते तीर वजना चाहिए उत्थे नहीं वजदा। वो दूजा भाव ना देई लिव लागण, जिन हर के चरण विसारे। दूजा भाव साड़ी लिव नहीं लगन दिंदा। इस करके प्रजा जिहड़ी है वो विगोई दुखी हो रही है। प्रजा अंधी ज्ञान बिन, भाई गुरदास जी ने भी लिखा, गुरु नानक देव जी दे आण तो पहलां दा सारा हालात कि ज्ञान तो बिना प्रजा अन्नी होई पई सी। अज फिर वही संसार का हाल है। साध संगत जी, अज भी असी गुरु साहब श्री गुरु ग्रंथ साहब दे होंदियां सौंदियां भुखे मर रहे हैं। घर होंदे धन जग भुखा मूआ। घर दे विच खजाना है, पर फिर भी लोग इस महान अमृत सागर विच चुभे नहीं ला रहे। विगोई भाव दुखी हो रही है प्रजा। मन मेरे गुरमत करनी सार, सार कहंदे श्रेष्ठ। इस संसार विच हे मेरे मन करनी किहड़ी श्रेष्ठ है, जिहड़ी गुरु की मत अनुसार होवे। होर जिहड़े काम असीं करदे हां गुरु की मत दे उल्ट काम जिन्ने भी हैं, चोरी यारी ठगी बेईमानी धोखा धड़ी हेरा फेरी हौमै हंकार दे नाल जो भी असीं करदे हैं, वैसे आपो अपने तौर पर सारे सैटिस्फाई हाँ असीं भी मैं तो कोई गलत काम नहीं करता, मैं तो सब गुरमत अनुसार ही करदा। पर यह गुरु नूं पता है भी असीं गुरमत अनुसार करते हैं कि नहीं करते। ये गल जिहड़ी है ये सानू अपने आप ते भावें असीं भरोसा करी फिरीए, अपने आप असीं मियाँ मिठू बने फिरीए, बने फिरो, पर गुरु की करनी जिहड़ी है वो गुरु नूं पता है भी ये मेरे अनुसार चलदा है। 20 बिसवे गुर का मन मानै, सो सेवक परमेश्वर की गत जानै। मन मेरे गुरमत करनी सार, सदा सदा हर प्रभ रवै है।
ਤਾਂ ਪਾਵਹਿ ਮੋਖ ਦੁਆਰ। ਜੇ ਸਦਾ ਸਦਾ ਹੀ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਰਵੇ ਭਾਵ, ਉਹਦੇ ਨਾਲ ਸੁਰਤ ਲੱਗੀ ਰਵੇ, ਉਹਦਾ ਸਿਮਰਨ, ਉਹਦੀ ਯਾਦ, ਉਹਦਾ ਪ੍ਰੇਮ, ਉਹਦਾ ਰੰਗ ਚੜ੍ਹਿਆ ਰਵੇ, ਤਾਂ ਪਾਵੈ ਮੋਖ ਦੁਆਰ, ਤਾਂ ਮੁਕਤੀ ਦਾ ਦੁਆਰਾ ਲੱਭ ਲੇਗਾ। ਜੇ ਤੂੰ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦਾ ਹਰ ਵੇਲੇ ਸਿਮਰਨ ਕਰੇਗਾ, ਤੇਰੀ ਸੁਰਤ, ਇਹ ਕੋਈ ਸੌਖਾ ਜਿਹਾ ਕੰਮ ਵੀ ਨਹੀਂ। ਆਪਾਂ ਸਮਝਦੇ ਹਾਂ ਵੀ ਬਹੁਤ ਸੌਖਾ ਜਿਹਾ ਕੰਮ ਹੋਣਾ ਏ, ਇੰਨਾ ਸੌਖਾ ਵੀ ਨਹੀਂ। ਆਖਣ ਔਖਾ ਸਾਚਾ ਨਾਉ, ਇਹ ਖਾਲਾ ਜੀ ਦਾ ਵਾੜਾ ਨਹੀਂ ਹੈ, ਬੱਚਿਆਂ ਦੀ ਖੇਡ ਨਹੀਂ ਹੈ, ਸਾਡੇ ਵੱਸ ਦੀ ਗੱਲ ਨਹੀਂ ਹੈ। ਗੁਰੂ ਅੱਗੇ ਅਰਦਾਸ, ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਰਪਾ ਕਰੋ ਸਾਡਾ ਇਹ ਜੀਵਨ ਤੁਹਾਡੇ ਲੇਖੇ ਲੱਗ ਜਾਏ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ। ਅਤੇ ਅਸੀਂ ਜਪ ਨਹੀਂ ਸਕਦੇ, ਅਸੀਂ ਧਿਆ ਨਹੀਂ ਸਕਦੇ, ਅਸੀਂ ਗਾ ਨਹੀਂ ਸਕਦੇ, ਅਸੀਂ ਜੁੜ ਨਹੀਂ ਸਕਦੇ। ਆਪ ਕਿਰਪਾ ਕਰਕੇ ਬਾਂਹ ਫੜ ਕੇ ਭੌਜਲ 'ਤੇ ਕਾਢੋ, ਪ੍ਰਭੂ ਨਾਨਕ ਪਾਰ ਉਤਾਰ। ਆਪ ਕਿਰਪਾ ਕਰ ਲਓ। ਜੇ ਇਸ ਤਰ੍ਹਾਂ ਸਦਾ ਸਦਾ ਉਸ ਪ੍ਰਭੂ ਨੂੰ ਯਾਦ ਕਰਦੇ ਰਹਾਂਗੇ, ਅਰਦਾਸਾਂ ਬੇਨਤੀਆਂ ਜੋਦੜੀਆਂ ਉਹਦੇ ਚਰਨਾਂ ਵਿੱਚ, ਤਾਂ ਪਾਵਹਿ ਮੋਖ ਦੁਆਰ, ਤਾਂ ਮੁਕਤੀ ਦਾ ਦੁਆਰਾ ਲੱਭ ਲਵੇ ਜਾਏਗਾ। ਰਹਾਓ। ਵਿਸਰਾਮ ਦੇ ਕੇ ਸਾਹਿਬ ਜੀ ਕਥਨ ਕਰਦੇ ਨੇ, ਗੁਣਾ ਕਾ ਨਿਧਾਨ ਏਕ ਹੈ, ਆਪੇ ਦੇ ਤਾ ਕੋ ਪਾਏ। ਕਹਿੰਦੇ ਗੁਣਾਂ ਦਾ ਖਜ਼ਾਨਾ ਇੱਕੋ ਹੀ ਹੈ, ਇੱਕੋ ਹੀ ਥਾਂ ਤੋਂ ਸਾਰੇ ਗੁਣ ਪ੍ਰਗਟ ਹੁੰਦੇ ਹੈ। ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਸਾਰੇ ਗੁਣਾਂ ਦਾ ਖਜ਼ਾਨਾ ਇੱਕੋ ਹੀ ਹੈ। ਇਸ ਗੱਲ ਦਾ ਵੀ ਅਨੁਭਵ ਅਸੀਂ ਕਰ ਨਹੀਂ ਪਾ ਰਹੇ ਵੀ ਗੁਣਾਂ ਦਾ ਨਿਧਾਨ ਕਿਵੇਂ ਹੈ, ਕਿਉਂਕਿ ਜਿੰਨੇ ਵੀ ਸੰਸਾਰ ਦੇ ਵਿੱਚ ਅਸੀਂ ਗੁਣਾਂ ਨੂੰ ਮਹਿਸੂਸ ਕਰ ਰਹੇ ਹਾਂ, ਉਹ ਸਾਡੀ ਆਤਮਾ ਵਿੱਚੋਂ ਹੀ ਪ੍ਰਗਟ ਹੁੰਦੇ ਹਨ। ਕੋਈ ਕਲਾਕਾਰ ਹੈ, ਕੋਈ ਰਾਗੀ ਹੈ, ਕੋਈ ਢਾਡੀ ਹੈ, ਕੋਈ ਗਵੀਸ਼ਰ ਹੈ, ਕੋਈ ਕਥਾਵਾਚਕ ਹੈ, ਕੋਈ ਸਾਇੰਸਦਾਨ ਹੈ, ਕੋਈ ਕੰਪਿਊਟਰ ਦਾ ਮਾਸਟਰ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਵਕੀਲ ਹੈ, ਕੋਈ ਰਾਜਨੀਤਿਕ ਹੈ। ਹਜ਼ਾਰਾਂ ਕਿਸਮ ਦੇ ਜਿੰਨੇ ਗੁਣ ਹਨ, ਜੇ ਉਹਨਾਂ ਬੰਦਿਆਂ ਦੇ ਵਿੱਚ ਜਾਂ ਉਹਨਾਂ ਪਸ਼ੂਆਂ ਪੰਛੀਆਂ ਦੇ ਵਿੱਚ ਆਤਮਾ ਨਾ ਹੋਵੇ, ਆਤਮਾ ਨੂੰ ਕਰ ਦਿਓ ਪਰੇ, ਅਤੇ ਬਾਕੀ ਕਿਹੜਾ ਗੁਣ ਹੋਵੇਗਾ, ਕਿਹੜੀ ਕਲਾ ਹੋਵੇਗੀ, ਕਿਹੜਾ ਆਰਟ ਹੋਵੇਗਾ, ਕਿਹੜੀ ਮਾਸਟਰੀ ਹੋਵੇਗੀ, ਕਿਹੜੀ ਡਿਗਰੀ ਹੋਵੇਗੀ, ਕੋਈ ਦੱਸ ਦਿਓ। ਜਿੰਨੇ ਵੀ ਗੁਣ ਨੇ, ਜਿੰਨੀ ਵੀ ਕਲਾ ਹੈ, ਜਿੰਨਾ ਵੀ ਆਰਟ ਹੈ, ਉਹ ਅਕਾਲ ਪੁਰਖ ਤੋਂ ਹੀ ਆਉਂਦਾ। ਇਸੇ ਤਰ੍ਹਾਂ ਭਾਰਤ ਦੇ ਜਿਹੜੇ ਮਹਾਨ ਰਿਸ਼ੀ ਹੋਏ ਨੇ, ਉਹਨਾਂ ਨੇ ਹਰ ਚੀਜ਼ ਨੂੰ, ਵਿੱਦਿਆ ਨੂੰ ਭਗਵਾਨ ਤੋਂ ਮੰਨਿਆ। ਜਿਵੇਂ ਪਾਣਨੀ ਮੁਨੀ ਨੇ ਜਦੋਂ ਵਿਆਕਰਨ ਲਿਖਿਆ ਹੈ, ਤਾਂ ਜਿਹੜੇ 14 ਸੂਤਰ ਲਿਖੇ ਹਨ, ਉਹਨਾਂ 14 ਸੂਤਰਾਂ ਦੇ ਉੱਤੇ ਹੀ ਸਾਰਾ ਗ੍ਰਾਮਰ, ਪੂਰੀ ਦੁਨੀਆ ਦਾ ਗ੍ਰਾਮਰ ਉਹਨਾਂ ਉੱਤੇ ਖੜ੍ਹਾ ਹੈ। ਸਾਰੀਆਂ ਭਾਸ਼ਾਵਾਂ ਦਾ ਵਿਆਕਰਨ ਉਹਨਾਂ ਉੱਤੇ ਖੜ੍ਹਾ ਹੈ। ਸਾਰੀਆਂ ਬੋਲੀਆਂ ਦਾ ਮੁੱਢ ਉੱਥੋਂ ਬੱਝਾ। ਉਹਨਾਂ 14 ਸੂਤਰਾਂ ਦੇ ਬਾਰੇ ਉਹ ਕਹਿੰਦੇ ਆ ਵੀ ਜਦੋਂ ਸ਼ਿਵ ਜੀ ਭਗਵਾਨ ਨੇ ਡਮਰੂ ਵਜਾਇਆ ਸੀ, ਉਹਦੇ ਵਿੱਚੋਂ ਨਿਕਲੇ ਸੀਗੇ। ਹੁਣ ਲੋਕ ਜਿਹੜੇ ਨੇ ਉਹ ਡਮਰੂ ਲੱਭਣ ਤੁਰ ਪੈਂਦੇ ਵੀ ਡਮਰੂ ਕਿੱਥੇ ਆ ਜਿਹੜਾ ਵਜਾਇਆ ਸੀਗਾ। ਅਸਲ 'ਚ ਸ਼ਿਵ ਨਾਮ ਚੇਤਨ ਦਾ ਹੈ। ਉਹ ਤਾਂ ਉਸ ਸ਼ਿਵ ਜੀ ਨੂੰ ਲੱਭਣ ਤੁਰਦੇ ਆ ਜਿਹੜਾ ਗਲ 'ਚ ਸੱਪ ਸੁੱਪ ਪਾਈ ਫਿਰਦਾ, ਤਰਸੂਲ ਫੜੀ ਫਿਰਦਾ। ਉਹ ਸ਼ਿਵ ਜੀ ਦਾ ਰੁਦਰ ਸਰੂਪ ਹੈ। ਰੁਦਰ ਵੀ 11 ਨੇ, ਇੱਕ ਨਹੀਂ ਗਏ। ਉਹ ਸਰੂਪ ਵੱਖਰੇ ਵੱਖਰੇ ਨੇ। ਦੁਨੀਆ ਨੂੰ ਨਾਸ ਕਰਨ ਵਾਸਤੇ, ਕਾਲ ਦਾ ਪ੍ਰਤੀਕ ਹੋਣ ਵਾਸਤੇ ਇਸ ਸਰੂਪ ਦੀ ਕਲਪਨਾ ਕੀਤੀ ਗਈ ਹੈ ਵੀ ਗਲ 'ਚ ਸੱਪ ਪਾਏ ਨੇ, ਹੱਥ 'ਚ ਤਰਸੂਲ ਫੜਿਆ ਹੈ, ਡੋਰੂ ਵਜਾਉਂਦਾ ਹੈ, ਭੰਗ ਪੀਂਦਾ ਹੈ, ਅਤੇ ਜੰਗਲਾਂ 'ਚ ਰਹਿੰਦਾ ਹੈ, ਮੜੀਆਂ ਮਸਾਣਾਂ ਵਿੱਚ। ਥੋੜ੍ਹਾ ਥੋੜ੍ਹਾ ਫਰਕ ਹੈ ਉਹਨਾਂ ਦਾ। 11 ਦਾ ਵੱਖਰਾ ਵੱਖਰਾ ਫਰਕ ਹੈ। 11 ਦੇ 11 ਦੇ ਗੁਣਾਂ ਕਰਕੇ ਹੀ ਫਰਕ ਹੈ। ਗੁਣਾਂ ਕਰਕੇ ਹੀ ਫਰਕ ਹੈ, ਕਿਉਂਕਿ ਇੱਕ ਦਾ ਗੁਣ ਦੂਜੇ ਨਾਲ
ਜੇ ਮਿਲਦਾ ਹੋਵੇ ਦੂਜੇ ਦੀ ਲੋੜ ਨਹੀਂ ਹੁੰਦੀ। ਉਹ ਪਰਮਾਤਮਾ ਨੇ ਭਿੰਨਤਾ ਪੈਦਾ ਕੀਤੀ ਹੈ। ਚਲੋ ਉਹ ਜਿਹੜਾ ਸਰੂਪ ਹੈ 11 ਰੁਦਰਾਂ ਦਾ ਜਾਂ ਸ਼ਿਵ ਜੀ ਦਾ, ਉਹ ਆਪਣੀ ਥਾਂ 'ਤੇ ਉਹਦਾ ਵੀ ਮਹੱਤਵ ਹੈ। ਪਰ ਸ਼ਿਵ ਦਾ ਮਤਲਬ ਚੇਤਨ ਹੁੰਦਾ ਹੈ, ਜੋ ਆਪਣੇ ਆਪ ਨੂੰ ਵੀ ਜਾਣਦਾ ਔਰ ਦੂਸਰੇ ਨੂੰ ਵੀ ਜਾਣਦਾ, ਉਸ ਨੂੰ ਸ਼ਿਵ ਕਹਿੰਦੇ ਆ। ਆਤਮਾ ਹੀ ਸ਼ਿਵ ਹੈ। ਆਤਮਾ ਹੀ ਆਪਣੇ ਆਪ ਨੂੰ ਜਾਣਦੀ ਹੈ, ਆਤਮਾ ਹੀ ਦੂਏ ਨੂੰ ਜਾਣਦੀ ਹੈ। ਤੋ ਇਸ ਕਰਕੇ ਉਸ ਪਰਮੇਸ਼ਰ ਨੂੰ ਸਾਰੀਆਂ ਵਿਦਿਆ ਦਾ ਮੁੱਢ ਮੰਨਿਆ ਜਾਂਦਾ। ਅਸੀਂ ਲੋਕ ਇੱਕਦਮ ਡਾਂਗਾਂ ਚੁੱਕ ਲੈਂਦੇ ਹਾਂ ਜੀ, ਇਹ RSS ਦੀ ਗੱਲ ਕਥਾ ਕਰਤੀ ਜੀ, ਇਹ ਜੀ ਸ਼ਿਵ ਜੀ ਦੇ ਡਮਰੂ ਕਿੱਥੋਂ ਆ ਗਏ ਜੀ। ਹੁਣ ਇੰਨੀ ਬਰੀਕੀ 'ਚ ਤੁਹਾਨੂੰ ਕੌਣ ਸਮਝਾਵੇ, ਬੁੱਧੀ ਦੇ ਮੋਟੀ ਪੱਥਰਾਂ ਵਰਗੀ ਬਣ ਗਈ। ਈਰਖਾ, ਵਕੀਲੀ, ਦਵੈਸ਼, ਨਿੰਦਾ, ਚੁਗਲੀ 'ਚ ਗਰਸੇ ਹੋਏ ਲੋਭੀ ਲਾਲਚੀ ਅਸੀਂ ਬੰਦੇ ਹਾਂ। ਅਸੀਂ ਅਧਿਆਤਮਕ ਦੀ ਗੱਲ ਸੁਣੀ ਨਹੀਂ ਕਦੀ ਧਿਆਨ ਨਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਆ ਜਿੰਨੀ ਦੁਨੀਆ ਵਿੱਚ ਵਿਦਿਆ ਹੈ ਇਹਦਾ ਮੂਲ ਅਕਾਲ ਪੁਰਖ ਹੀ ਹੈ। ਗੁਣਾ ਕਾ ਨਿਧਾਨ ਏਕ ਹੈ, ਆਪੇ ਦੇ ਤਾ ਕੋ ਪਾਏ। ਅੱਛਾ, ਇਹ ਪ੍ਰਾਪਤੀ ਵੀ ਆਪ ਦਵੇ ਤਾਂ ਹੁੰਦੀ ਹੈ, ਕਿਸੇ ਬੰਦੇ ਦੇ ਵਸ ਨਹੀਂ ਜੇ। ਬੜੇ ਬੜੇ ਮਹਾਤਮਾ ਰਿਸ਼ੀ ਮੁਨੀ ਸੈਂਕੜੇ ਸਾਲ ਤਪੱਸਿਆ ਕਰਦੇ ਰਹਿੰਦੇ ਹੈ। ਜਦੋਂ ਅਕਾਲ ਪੁਰਖ ਦੀ ਕਿਰਪਾ ਹੁੰਦੀ ਉਦੋਂ ਇਹ ਪ੍ਰਾਪਤੀ ਹੁੰਦੀ ਹੈ। ਇਹ ਕੋਈ ਜ਼ਰੂਰੀ ਨਹੀਂ ਬਈ ਸਾਨੂੰ ਕਿੰਨੇ ਸਾਲ ਲੱਗਣਗੇ ਜਾਂ ਜਨਮ ਲੱਗਣਗੇ ਜਾਂ ਅੱਜ ਹੁਣੇ ਇਸੇ ਵੇਲੇ ਗੱਲ ਬਣ ਜਾਏਗੀ, ਇਹ ਕੋਈ ਪੱਕਾ ਪਤਾ ਨਹੀਂ। ਸੋ ਇਸ ਕਰਕੇ ਸਾਹਿਬ ਜੀ ਕਹਿੰਦੇ ਆ ਗੁਣਾ ਕਾ ਨਿਧਾਨ ਏਕ ਹੈ। ਉਹ ਸਾਰੇ ਗੁਣਾਂ ਦਾ ਸਾਗਰ ਇੱਕੋ ਪਰਮਾਤਮਾ ਹੈ। ਆਪੇ ਦੇ, ਉਹ ਆਪ ਦਵੇ ਗੁਣਾਂ ਨੂੰ। ਕਿਸੇ ਨੂੰ ਜੋ ਗੁਣ ਦੇ ਦਿੰਦਾ ਉਹ ਗੁਣ ਉਸ ਨੂੰ ਮਿਲ ਜਾਂਦਾ ਹੈ। ਸਭ ਗੁਣ ਕਿਸ ਹੀ ਨਾਹੇ, ਹਰ ਪੂਰ ਭੰਡਾਰੀਆ ਜੀ। ਸਾਰੇ ਗੁਣ ਕਿਸੇ 'ਚ ਨਹੀਂ ਹੁੰਦੇ। ਕੋਈ ਵਿਅਕਤੀ ਮੰਨ ਲਓ ਕੋਈ ਸਾਇੰਸਦਾਨ ਹੈ ਅਤੇ ਜ਼ਰੂਰੀ ਨਹੀਂ ਵੀ ਉਹ ਕਲਾਕਾਰ ਵੀ ਹੋਵੇ। ਕੋਈ ਆਰਟ ਜਾਣਦਾ ਹੈ, ਸੰਗੀਤ ਜਾਣਦਾ ਹੈ, ਤਾਂ ਜ਼ਰੂਰੀ ਨਹੀਂ ਉਹ ਵੈਦਿਕ ਵਿੱਦਿਆ ਜਾਣਦਾ ਹੋਵੇ। ਜੇ ਵੈਦਿਕ ਵਿੱਦਿਆ ਜਾਣਦਾ ਜ਼ਰੂਰੀ ਨਹੀਂ ਉਹ ਵਕੀਲ ਵੀ ਹੋਵੇ। ਪਰ ਪਰਮਾਤਮਾ ਦੇ ਵਿੱਚੋਂ ਇਹ ਸਾਰੀਆਂ ਵਿੱਦਿਆਵਾਂ ਆਉਂਦੀਆਂ ਨੇ। ਜਿਨ੍ਹਾਂ ਨੂੰ ਜੋ ਜੋ ਦਿੰਦਾ ਹੈ ਉਹ ਪ੍ਰਾਪਤ ਕਰ ਲੈਂਦੇ ਹੈ। ਬਿਨ ਨਾਮੈ ਸਭ ਵਿਛੜੀ, ਗੁਰ ਕੈ ਸ਼ਬਦ ਮਿਲਾਏ। ਬਿਨਾਂ ਨਾਮ ਜਪਿਆ ਇਹ ਸਾਰੀ ਦੁਨੀਆ ਵਿਛੜੀ ਫਿਰਦੀ ਪਰਮਾਤਮਾ ਤੋਂ। ਸਾਰੀ ਦੁਨੀਆ ਵਿਛੜੀ ਹੋਈ ਹੈ। ਸਾਰਿਆਂ ਨੂੰ ਇੱਦਾਂ ਮਹਿਸੂਸ ਵੀ ਹੋ ਰਿਹਾ ਵੀ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ। ਇਹ ਪ੍ਰਤੱਖ ਪ੍ਰਮਾਣ ਹੈ। ਪ੍ਰਤੱਖ ਪ੍ਰਮਾਣ, ਇਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਸਾਰਿਆਂ ਨੂੰ ਇੱਦਾਂ ਇਹੀ ਫੀਲਿੰਗ ਹੋ ਰਹੀ ਹੈ ਵੀ ਅਸੀਂ ਵਿਛੜੇ ਹੋਏ ਹਾਂ। ਸਭ ਨੂੰ ਲੱਗ ਰਿਹਾ, ਇਹ ਨਹੀਂ ਕਿਸੇ ਨੂੰ ਲੱਗ ਰਿਹਾ ਵੀ ਮਿਲਿਆ ਹੋਇਆ। ਪਰ ਧਿਆਨ ਨਹੀਂ ਦਿੰਦੇ। ਕਈ ਵਾਰੀ ਆਪਣੇ ਘਰ ਦੀਆਂ ਕਮਜ਼ੋਰੀਆਂ ਦਾ ਵੀ ਸਾਨੂੰ ਪਤਾ ਨਹੀਂ ਚੱਲਦਾ ਕਿਉਂਕਿ ਧਿਆਨ ਨਹੀਂ ਦਿੰਦੇ। ਸਾਹਮਣੇ ਕਮਜ਼ੋਰੀ ਹੁੰਦੀ ਹੈ ਪਰ ਬੇਧਿਆਨੇ 'ਚ ਲੰਘੀ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਸਾਡੀ ਸਾਰਿਆਂ ਦੀ ਇਹ ਪ੍ਰੋਬਲਮ ਹੈ, ਸਭ ਦੀ ਇਹ ਕਮਜ਼ੋਰੀ ਹੈ ਵੀ ਅਸੀਂ ਪਰਮਾਤਮਾ ਨੂੰ ਆਪਣੇ ਤੋਂ ਦੂਰ ਸਮਝਦੇ ਹਾਂ। ਹਾਲਾਂਕਿ ਹੈ ਨੇੜੇ, ਪਰ ਮਹਿਸੂਸ ਇਹ ਕਰ ਰਹੇ ਹਾਂ ਵਿਛੜੇ ਹੋਏ ਹਾਂ। ਮਹਾਰਾਜ ਕਹਿੰਦੇ ਵਿਛੜਨ ਦਾ ਇੱਕੋ ਹੀ ਕਾਰਨ ਹੈ, ਬਿਨ ਨਾਮ ਹੈ ਸਭ ਵਿਛੜੀ। ਨਾਮ ਤੋਂ ਬਿਨਾਂ ਹੀ ਵਿਛੜੀ ਹੋਈ। ਨਾਮ ਨਹੀਂ ਜਪਦੇ ਇਸ ਕਰਕੇ ਵਿਛੜੇ ਹੋਏ ਹਾਂ। ਗੁਰ ਕੈ ਸ਼ਬਦ ਮਿਲਾਏ, ਗੁਰੂ ਦੇ ਸ਼ਬਦ ਨਾਲ ਮਿਲਾਪ ਹੋ ਜਾਂਦਾ ਹੈ। ਮੇਰੀ ਮੇਰੀ ਕਰਦੇ ਘਟ ਗਏ, ਤਿਨਾ ਹੱਥ ਕਿਹੋ ਨਾ ਆਇਆ। ਮੇਰੀ ਮੇਰੀ ਕਰਦੇ ਇਹ ਜੀਵ ਆਪਣੇ ਸਵਾਸ ਵੀ ਘਟਾ ਬੈਠੇ, ਆਪਣੇ ਆਪ ਨੂੰ ਪਿੱਛੇ ਲੈ ਗਏ। ਕੋਈ ਬੰਦਾ ਤਰੱਕੀ ਕਰਕੇ ਅੱਗੇ ਗਿਆ ਹੋਵੇ, ਕੋਈ ਵੱਡਾ ਅਫਸਰ ਬਣ ਗਿਆ ਹੋਵੇ, ਕੋਈ ਲੀਡਰ ਬਣ ਗਿਆ ਹੋਵੇ, ਨੇਤਾ ਬਣ ਗਿਆ ਹੋਵੇ, ਪਰ ਕੋਈ ਕੰਮ ਉਹਦੇ ਕੋਲੋਂ ਇਹੋ ਜਿਹਾ ਹੋ ਜਾਵੇ ਵੀ ਉਹਦੀ ਰਾਜਨੀਤਿਕ ਸਾਖ ਪਿਛਾਂ ਨੂੰ ਮੁੜ ਪਵੇ। ਕਹਿੰਦੇ ਹੁਣ ਉਹ ਗੱਲ ਨਹੀਂ ਰਹੀ ਪਹਿਲੀ। ਇੱਦਾਂ ਹੀ ਹਰ ਜਗ੍ਹਾ 'ਤੇ ਬੰਦਾ ਵੱਧਦਾ ਵੀ ਹੈ ਅਤੇ ਘਟਦਾ ਵੀ ਹੈ। ਸਿਆਣਿਆਂ ਦੀ ਕਹਾਵਤ ਹੈ, ਜਿਹੜੀ ਜੋ ਵਧਿਆ ਸੋ ਘਟਿਆ। ਜਿਹੜਾ ਵੱਧਦਾ ਹੈ ਉਹ ਘਟਦਾ ਵੀ ਹੈ। ਕੁਦਰਤੀ ਗੱਲ ਹੈ। ਐਸਾ ਕੁਛ ਨਹੀਂ ਸੰਸਾਰ 'ਤੇ ਜਿਹੜਾ ਵਧਿਆ ਹੋਵੇ ਘਟਿਆ ਨਾ ਹੋਵੇ। ਇਹ ਸੰਸਾਰ ਦੇ ਵਿੱਚ ਜਿਹੜੇ ਪਰਮਾਰਥ ਦੀ ਸਿੱਧੀ ਕਰਕੇ ਅੱਗੇ ਵਧਣੇ ਸਨ, ਉਹ ਮੇਰੀ ਮੇਰੀ ਕਰਦੇ ਪਿੱਛੇ ਮੁੜ ਗਏ ਹਨ। ਮੇਰੀ ਮੇਰੀ ਕਰਦੇ ਘਟ ਗਏ। ਭਾਵੇਂ ਉਹ ਜੋਗੀ ਹੋਣ, ਜੰਗਮ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਕੋਈ ਹੋਵੇ।
ਧਰਮ ਦੇ ਮਾਮਲੇ ਵਿੱਚ ਜਦੋਂ ਤੁਰਦੇ ਨੇ ਤਾਂ ਉੱਥੇ ਹਉਮੈ ਹੀ ਉਹਨਾਂ ਨੂੰ ਆੜੇ ਨਹੀਂ ਆਉਣ ਦਿੰਦੀ, ਅੱਗੇ ਨਹੀਂ ਜਾਣ ਦਿੰਦੀ। ਹਉਮੈ ਬੜੀ ਦੂਰ ਤੱਕ ਨਾਲ ਰਹਿੰਦੀ, ਬਹੁਤ ਦੂਰ ਤੱਕ। ਨਿਰਵਿਕਲਪ ਸਮਾਧੀ ਵਿੱਚ ਜਾ ਕੇ ਕਹਿੰਦੇ ਆ ਮਿਟ ਜਾਂਦੀ ਹੈ, ਪਰ ਉਹ ਸਾਨੂੰ ਪ੍ਰਾਪਤ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਪਤ ਹੋਈ। ਉਹਨਾਂ ਨੇ ਕਿਹਾ ਵੀ ਦਵੈ ਤੇ ਏਕ ਰੂਪ ਹੋਇਆ ਗਇਓ, ਮੇਰਾ ਉਹਦਾ ਫਰਕ ਮਿਟ ਗਿਆ, ਬਿਲਕੁਲ ਇੱਕ ਹੋ ਗਿਆ। ਫਿਰ ਇੱਕ ਸ਼ੰਕਾ ਇਹ ਵੀ ਹੈ ਵੀ ਜੇ ਮਿਟ ਗਿਆ ਤਾਂ ਉਹਨਾਂ ਨੇ ਦੁਬਾਰਾ ਅਵਤਾਰ ਕਿਉਂ ਧਾਰਿਆ? ਜਿਹੜੇ ਸਾਗਰ 'ਚ ਬੂੰਦ ਰਲ ਗਈ ਸੀ, ਫਿਰ ਉਹ ਮਾਤਾ ਗੁਜਰੀ ਜੀ ਦੇ ਉਧਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਸਾਨੂੰ ਦਰਸ਼ਨ ਦੇਣ ਲਈ ਕਿਉਂ ਆ ਗਏ? ਦੁਬਾਰਾ ਆਉਣਾ ਨਹੀਂ ਚਾਹੀਦਾ, ਇਹ ਵੀ ਸ਼ੰਕਾ ਹੈ। ਤਾਂ ਸਾਡੇ ਮਹਾਂਪੁਰਸ਼ਾਂ ਨੇ ਕਥਾ 'ਚ ਦੱਸਿਆ ਸੀ, ਅੱਜ ਬਚਨ ਯਾਦ ਆ ਗਿਆ। ਉਹ ਕਹਿੰਦੇ ਜਦੋਂ ਚੌਪੜ ਖੇਡੀ ਦੀ ਹੈ, 16 ਨਰਦਾਂ ਦੀ ਬਾਜੀ ਹੁੰਦੀ ਹੈ, ਜਦੋਂ 16ਵੇਂ ਘਰ 'ਚ ਆਪਣੀ ਨਰਦ ਪਹੁੰਚ ਜਾਂਦੀ, ਪੱਕੀ ਹੋ ਜਾਂਦੀ, ਪੱਕੀ ਸਾਰੀ ਕਹਿੰਦੇ ਆ। ਕਹਿੰਦੇ ਪੱਕੀ ਹੋ ਗਈ, ਖੇਡ ਜਿੱਤ ਲਈ, ਪਰ ਜੀ ਕਰਦਾ ਸੀ ਅਜੇ ਹੋਰ ਖੇਡੀਏ। ਉਹ ਕਹਿੰਦਾ ਆਪਾਂ ਨਰਦ ਕੱਚੀ ਕਰ ਲੈਂਦੇ, ਆਪਣੀ ਕੱਚੀ ਕਰਕੇ ਦੁਬਾਰਾ ਫਿਰ ਸ਼ੁਰੂ ਕਰ ਲਓ। ਇੱਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਨਰਦ ਪੱਕੀ ਸੀ, ਪਰ ਇਸ ਦੁਨੀਆ ਦੇ ਭਾਰ ਦੂਰ ਕਰਨ ਲਈ, ਪਾਪੀਆਂ ਦਾ ਨਾਸ ਕਰਨ ਲਈ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਉਹ ਫਿਰ ਮਹਾਰਾਜ ਅਵਤਾਰ ਧਾਰਨਾ ਪਿਆ। ਹੁਕਮ ਮੰਨ ਕੇ, ਪਰਮੇਸ਼ਰ ਦੀ ਆਗਿਆ ਮੰਨ ਕੇ ਸੰਸਾਰ 'ਚ ਆ ਗਏ, ਕਿਉਂਕਿ ਉਹਨਾਂ ਤੋਂ ਬਿਨਾਂ ਇਹ ਦੁਸ਼ਟਾਂ ਨੂੰ ਸੋਧਿਆ ਜਾਣਾ ਨਹੀਂ ਸੀ ਕਿਸੇ ਕੋਲੋਂ। ਐਡੀ ਵੱਡੀ ਖੇਡ ਆਪਣੇ ਪੁੱਤਰਾਂ ਨੂੰ ਸਾਹਮਣੇ ਸ਼ਹੀਦ ਕਰਾ ਲੈਣਾ ਸੌਖਾ ਕੰਮ ਨਹੀਂ ਹੈ। ਬੜੇ ਬੜੇ ਪੀਰ ਪੈਗੰਬਰ ਅਵਤਾਰ ਔਲੀਏ ਇੱਥੇ ਆ ਕੇ ਮੋਹ 'ਚ ਫਸ ਜਾਂਦੇ ਰਹੇ ਆ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਵਸਥਾ ਭਾਈ ਸੰਤੋਖ ਸਿੰਘ ਨੇ ਲਿਖੀ ਹੈ। ਜਦੋਂ ਸਾਹਿਬਜ਼ਾਦਾ ਛੋਟਾ ਵੀ ਸ਼ਹੀਦ ਹੋ ਗਿਆ, ਚਮਕੌਰ ਸਾਹਿਬ ਦੂਜੇ ਨੰਬਰ ਦਾ ਬਾਬਾ ਜੁਝਾਰ ਸਿੰਘ, ਤਾਂ ਫਿਰ ਉੱਥੇ ਭਾਈ ਸਾਹਿਬ ਲਿਖਦੇ ਆ ਵੀ ਸਤਿਗੁਰੂ ਸਾਹਮਣੇ ਬੈਠੇ ਆ। ਉਹ ਗੱਲ ਦਿਖਾਤੀ ਹੈ ਵੀ ਬ੍ਰਹਮ ਗਿਆਨੀ ਹੁੰਦਾ ਕੀ ਹੈ ਪੂਰਨ ਰੂਪ ਵਿੱਚ, ਵੀ ਬ੍ਰਹਮ ਗਿਆਨੀ ਦੀ ਜਿਹੜੀ ਸਿਖਰ ਦੀ ਅਵਸਥਾ ਹੁੰਦੀ ਹੈ ਨਾ, ਉਹ ਫਿਰ ਸਿਖਰ ਦੀ ਜਿਹੜੀ ਸਭ ਤੋਂ ਉੱਪਰ ਸ਼੍ਰੋਮਣੀ ਅਵਸਥਾ ਹੈ, ਉਹ ਉੱਥੇ ਚਮਕੌਰ ਸਾਹਿਬ ਸਤਿਗੁਰੂ ਜੀ ਨੇ ਦਿਖਾਈ ਹੈ ਵੀ ਆਹ ਹੁੰਦੀ ਹੈ ਬ੍ਰਹਮ ਗਿਆਨੀ ਦੀ ਅਵਸਥਾ। ਤੋ ਇੰਨਾ ਕੋਈ ਸੌਖਾ ਕੰਮ ਨਹੀਂ ਹੈ। ਮੇਰੀ ਮੇਰੀ ਕਰਦੇ ਘਟ ਗਏ, ਤਿਨ ਹੱਥ ਕਿਹੋ ਨਾ ਆਇਆ। ਮੇਰੀ ਮੇਰੀ ਕਰਦੇ ਪਿਛਾਂ ਮੁੜ ਜਾਂਦੇ, ਹੱਥ ਕੁਛ ਨਹੀਂ ਪ੍ਰਾਪਤ ਹੋਇਆ। ਸਤਿਗੁਰ ਮਿਲਿਆ, ਸੱਚ ਮਿਲੇ, ਸੱਚ ਨਾਮ ਸਮਾਇਆ। ਸਤਿਗੁਰੂ ਜੀ ਦੇ ਮਿਲਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੱਚ ਮਿਲੇ, ਪਰਮੇਸ਼ਰ ਮਿਲਦਾ ਹੈ। ਸੱਚ ਨਾਮ ਸਮਾਇਆ, ਸੱਚੇ ਨਾਮ ਦੁਆਰਾ ਸੱਚੇ ਨਾਮੀ ਵਿੱਚ ਸਮਾਈ ਹੋ ਜਾਂਦੀ ਹੈ। ਆਸਾ ਮਨਸਾ ਏਓ ਸਰੀਰ ਹੈ, ਅੰਤਰ ਜੋਤ ਜਗਾਏ। ਕਹਿੰਦੇ ਇਹ ਸਰੀਰ ਦੇ ਅੰਚ ਆਸਾ ਮਨਸਾ ਰਹਿੰਦੀਆਂ, ਅਤੇ ਸਰੀਰ ਬਣਿਆ ਹੀ ਆਸਾ ਮਨਸਾ ਨਾਲ ਹੈ। ਮਾਤਾ ਪਿਤਾ ਦੀ ਆਸ ਹੋਈ ਸੀ ਸਾਡੇ ਘਰ ਪੁੱਤਰ ਹੋਵੇ ਤਾਂ ਇਹ ਸਰੀਰ ਹੋਇਆ। ਚੱਲਦਾ ਵੀ ਸਾਡੀ ਆਸਾ ਮਨਸਾ ਦੇ ਨਾਲ ਹੀ ਸਰੀਰ ਚੱਲਦਾ। ਚੱਲੇ ਪਾਣੀ, ਅੰਨ ਪਾਣੀ ਪੀਣ ਦੀ ਆਸਾ, ਰੋਟੀ ਖਾਣ ਦੀ ਆਸਾ, ਕੱਪੜੇ ਪਹਿਨਣ ਦੀ ਆਸਾ, ਵਿਆਹ ਸ਼ਾਦੀ ਕਰਾਉਣ ਦੀ ਆਸਾ, ਬੱਚੇ ਜੰਮਣ ਦੀ ਆਸਾ, ਕਾਰੋਬਾਰ ਕਰਨ ਦੀ ਆਸਾ, ਹਜ਼ਾਰਾਂ ਆਸਾ ਮਨਸਾ ਇਸ ਸਰੀਰ ਨੂੰ ਲਈ ਫਿਰਦੀਆਂ। ਕਹਿੰਦੇ ਅੰਤਰ ਜੋਤ ਜਗਾਏ। ਜੇ ਕਿਤੇ ਇਸੇ ਸਰੀਰ ਦੇ ਅੰਦਰ ਉਹ ਅਕਾਲ ਪੁਰਖ ਦੀ ਜੋਤ ਜਗ ਜਾਵੇ, ਉਸ ਪਰਮ ਜੋਤੀ ਦਾ ਪ੍ਰਕਾਸ਼ ਹੋ ਜਾਵੇ। ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ। ਮਹਾਰਾਜ ਕਹਿੰਦੇ ਆਸਾ ਮਨਸਾ ਦੇ ਬੰਧਨ 'ਚ ਮਨਮੁਖ ਬੰਦੇ ਰਹਿੰਦੇ ਆ, ਗੁਰਮੁਖ ਮੁਕਤ ਕਰਾਏ, ਜੋਤ ਜਗਾ ਕੇ ਮੁਕਤ ਹੋ ਜਾਂਦੇ ਆ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ।
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।